ਵੀ ਤੁਸੀਂ ਆਪਣੀਆਂ ਰਸੋਈਆਂ ਦੇ ਪੱਕੀਆਂ ਕਰ ਲੀਆਂ ਅੱਜ, ਬਟ ਉਹ ਰਸੋਈਆਂ ਦੇ ਵਿੱਚ ਤੁਹਾਡਾ ਖਾਣ ਪਾਨ ਸਹੀ ਹੈ, ਤੁਸੀਂ ਟੀਕੇ ਲੱਗਿਆ ਦੁੱਧ ਪੀ ਰਹੇ ਹੋ ਵਿਚ ਇਜ਼ ਕਾਜ਼ਿੰਗ ਕੈਂਸਰ, ਸਪਰੇ ਲੱਗੀਆਂ ਸਬਜ਼ੀਆਂ ਖਾ ਰਹੇ ਹੋ ਵਿਚ ਇਜ਼ ਕਾਜ਼ਿੰਗ ਕੈਂਸਰ, ਗ੍ਰੇਨਸ ਐਕਸੈਸਿਵ ਯੂਰੀਆ ਪਿਆ ਆ ਵਿਚ ਇਜ਼ ਕਾਜ਼ਿੰਗ ਕੈਂਸਰ। ਫਿਰੋਜ਼ਪੁਰ ਵਾਲੀ ਸਾਈਡ 'ਤੇ ਕੁਛ 10 ਏਕੜ ਨੇ ਜੋ ਮੈਨੂੰ ਸੁਣਨ 'ਚ ਆਇਆ ਸੀਗਾ ਉਹਦੀ ਮਿੱਟੀ ਨੂੰ ਵੀ ਕੈਂਸਰ ਹੋ ਗਈ ਹੈ। ਇਜ਼ ਦੈਟ ਡੇਂਜਰਸ। ਸੋ ਮੈਨੂੰ ਲੱਗਦਾ ਅੱਜ ਅੱਗ ਕਿਸੇ ਦੇ ਘਰ ਨੂੰ ਲੱਗੀ ਹੈ, ਕੱਲ੍ਹ ਨੂੰ ਆਪਣੇ ਘਰ ਨੂੰ ਲੱਗੂਗੀ। ਇਟਸ ਬੈਟਰ ਕਿ ਅਸੀਂ ਉਹਦੀ ਅਵੇਅਰਨੈਸ ਕਰੀਏ। ਪਰਟੀਕੁਲਰ ਲੋਕੀ ਨੇ ਉਹ ਆਪਣੇ ਫਾਇਦੇ ਪੱਖੋਂ, ਆਪਣੇ ਕੰਪਨੀਜ਼ ਦੇ ਫਾਇਦੇ ਪੱਖੋਂ ਉਹ ਕਿਸਾਨਾਂ ਦਾ ਜਾਂ ਆਮ ਲੋਕਾਂ ਦੇ ਨਾਲ ਨਹੀਂ ਸੋਚਦੇ। ਸੋ ਇਟਸ ਬੈਟਰ ਕਿ ਹੁਣ ਚਲੋ ਆਮ ਗਵਰਨਮੈਂਟ ਆਈ ਹੈ, ਇਟਸ ਰੀਅਲੀ easy for us to reach minister also. So a first time I've seen this sort of ਰਵੱਈਆ ਮੈਨੂੰ ਬਹੁਤ ਕੰਫਰਟੇਬਲ ਫੀਲ ਹੋਇਆ। ਪਹਿਲੀਆਂ ਗਵਰਨਮੈਂਟਸ ਦੇ ਵਿੱਚ ਇੱਕ ਹਊਆ ਸੀਗਾ ਕਿਸੇ ਨੂੰ ਮਿਲਣਾ, ਐਂ ਲੱਗਦਾ ਸੀਗਾ ਪਤਾ ਨਹੀਂ ਯਾਰ ਤੁਸੀਂ ਕਿਹੜੇ ਰਾਜੇ ਨੂੰ ਮਿਲ ਜਾ ਰਹੇ ਹੋ। ਮਤਲਬ ਆਲੇ ਦੁਆਲੇ ਵਾਲੇ ਲੋਕੀ ਹੀ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਕੇ ਰੱਖਦੇ ਸੀਗੇ। ਸੋ ਬੇਸਿਕਲੀ ਹੁਣ ਐਵੇਂ ਹੈ ਵੀ ਇਹੋ ਜਿਹਾ ਕੁਛ ਨਹੀਂ ਆ। ਪੰਜਾਬ ਤੱਕ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਅਭਿਸ਼ੇਕ। ਗੱਲ ਅੱਜ ਤੁਹਾਨੂੰ ਐਸੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੇ ਖੂਬ ਨਾਮ ਵੱਟਿਆ, ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਭਰਪੂਰ ਸੇਵਾ ਨਿਭਾਈ। ਹੁਣ ਇੱਕ ਚੈਰਿਟੀ ਦੇ ਫਾਊਂਡਰ ਵੀ ਨੇ, ਮਾਈ ਭਾਗੋ ਚੈਰਿਟੀ ਦੇ ਫਾਊਂਡਰ। ਸਾਡੇ ਨਾਲ ਅੱਜ ਖਾਸ ਸ਼ਖਸੀਅਤ ਸੋਨੀਆ ਮਾਨ ਜੀ ਮੌਜੂਦ ਨੇ। ਮੈਮ ਸਭ ਤੋਂ ਪਹਿਲਾਂ ਪੰਜਾਬ ਤੱਕ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੈਮ ਇੱਕ ਨਵੀਂ ਚੈਰਿਟੀ ਦੇ ਤੁਸੀਂ ਜਿਹਨੂੰ ਕਹਿੰਦੇ ਹੁਣ ਫਾਊਂਡਰ ਬਣੇ ਹੋ, ਮਾਈ ਭਾਗੋ ਚੈਰਿਟੀ, ਇਹ ਕਿਸ ਕਾਰਨ ਸ਼ੁਰੂ ਹੋਈ ਹੈ, ਇਸ ਦਾ ਕੀ ਅਰਥ ਹੈ? ਬੇਸਿਕਲੀ ਮਾਈ ਭਾਗੋ ਜੀ ਦੀ ਚੈਰਿਟੀ ਜਿਹੜੀ ਹੈ ਉਹ ਅਸੀਂ ਕਿਸਾਨ ਅੰਦੋਲਨ ਤੋਂ ਹੀ ਸਟਾਰਟ ਕੀਤੀ ਸੀਗੀ। ਮੈਂ ਅੰਮ੍ਰਿਤਸਰ ਤੋਂ ਹਾਂ ਔਰ ਮੈਂ ਟਿਕਰੀ ਬਾਰਡਰ ਦੇ ਉੱਤੇ ਹੁੰਦੀ ਸੀਗੀ ਔਰ ਮੈਨੂੰ ਉੱਥੇ ਭੂਰੀ ਵਾਲੇ ਬਾਬਾ ਜੀ ਨੇ ਮੈਨੂੰ ਕਿਹਾ ਵੀ ਇੱਥੇ ਜਿੰਨੀਆਂ ਬੀਬੀਆਂ ਦਿਖਦੀਆਂ ਨੇ ਹਰਿਆਣੇ ਦੀਆਂ ਦਿਖਦੀਆਂ ਨੇ, ਮਾਲਵੇ ਦੀਆਂ ਦਿਖਦੀਆਂ ਨੇ, ਜੇ ਤੂੰ ਅੰਮ੍ਰਿਤਸਰ ਤੋਂ ਹੈ, ਮਾਈ ਭਾਗੋ ਜੀ ਝਬਾਲ ਤੋਂ ਹੋਏ ਸੀਗੇ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮਾਈ ਭਾਗੋ ਜੀ ਉੱਥੋਂ ਹੋਏ ਨੇ ਅਤੇ ਤੂੰ ਇਹ ਜਿਹੜਾ ਤੂੰ ਇੱਥੇ ਮਾਈ ਭਾਗੋ ਨਿਵਾਸ ਕਿਉਂ ਨਹੀਂ ਬਣਾਉਂਦੀ ਅਤੇ ਮਾਝੇ ਤੋਂ ਕਿਉਂ ਨਹੀਂ ਔਰਤਾਂ ਲੈ ਕੇ ਆਉਂਦੀ ਇੱਥੇ। ਸੋ he the one who has given me this inspiration that moment of time. ਸੋ ਮੈਂ ਉਦੋਂ ਇਹ ਸੋਚਿਆ, ਮੈਂ ਕਿਹਾ ਹੈ ਬਹੁਤ ਵਧੀਆ ਗੱਲ ਹੈ। ਫਿਰ ਅਸੀਂ ਉਦੋਂ ਟੈਂਟਸ ਬਣਾਏ ਸੀਗੇ ਟਿਕਰੀ ਬਾਰਡਰ ਦੇ ਉੱਤੇ ਅਤੇ ਅਸੀਂ ਮਾਈ ਭਾਗੋ ਜੀ ਦੇ ਨਾਂ 'ਤੇ ਬਣਾਏ ਸੀਗੇ। ਅਸੀਂ ਫਿਰ ਰਾਜਸਥਾਨ ਸੀ ਰੈਲੀ ਕੀਤੀ ਬੀਬੀਆਂ ਦੇ ਨਾਲ। ਉਦੋਂ ਵੀ ਅਸੀਂ ਇਹੀ ਸਾਡਾ ਮੋਟਿਵ ਸੀਗਾ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਸਾਰਿਆਂ ਨੂੰ ਬਾਰਡਰ 'ਤੇ ਲੈ ਕੇ ਜਾਈਏ। ਕਿਸਾਨ ਅੰਦੋਲਨ ਦੀ ਗੱਲ ਹੈ। ਦੈਨ ਮੈਨੂੰ ਇੰਨਾ ਜ਼ਿਆਦਾ ਨੌਲੇਜ ਨਹੀਂ ਸੀਗੀ ਕਿ ਚੈਰਿਟੀ ਕਿਵੇਂ ਕਰੀਦਾ ਆ, ਬਿਕਾਜ਼ ਆਈ ਵਾਜ਼ ਇਨਟੂ ਐਕਟਿੰਗ। ਸੋ ਮੈਂ ਚੈਰਿਟੀ ਇਵੈਂਟਸ 'ਤੇ ਬਹੁਤ ਗਈ ਸੀਗੀ ਬਟ ਖੁਦ ਦੀ ਚੈਰਿਟੀ ਕਰਨੀ ਆਈ ਡਿਡਨਟ ਨੋ। ਤਾਂ ਫਿਰ ਉਸ ਤੋਂ ਬਾਅਦ ਅਸੀਂ ਆ ਕੇ ਰਜਿਸਟਰਡ ਕਰਵਾਈ ਪਰਟੀਕੂਲਰਲੀ ਕਿਸਾਨ ਅੰਦੋਲਨ ਤੋਂ ਬਾਅਦ। ਫਿਰ ਅਸੀਂ ਉਹਦੇ ਵਿੱਚ ਸੋਚਿਆ ਵੀ ਅਸੀਂ ਕੀ ਕੀ ਕਰਨਾ ਚਾਹੀਦਾ। ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਹੈ ਸਿਲਾਈ ਸੈਂਟਰਸ, ਮੈਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਵੀ ਪਿੰਡ 'ਚ ਸਿਲਾਈ ਸੈਂਟਰ ਖੋਲ੍ਹਿਆ ਐਂਡ ਬੱਚਿਆਂ ਨੂੰ ਅਸੀਂ ਸਿਲਾਈ ਦੇਣ ਬਾਰੇ ਗੱਲ ਕੀਤੀ। ਔਰ ਨਾਲ ਹੀ ਫਿਰ ਮੈਨੂੰ ਕੁਲਵੰਤ ਸਿੰਘ ਧਾਲੀਵਾਲ ਜਿਹੜੇ ਵਰਲਡ ਕੈਂਸਰ ਕੇਅਰ ਚਲਾਉਂਦੇ ਨੇ, ਉਹਨਾਂ ਨਾਲ ਮੇਰੀ ਮੀਟਿੰਗ ਹੋਈ। ਦੈਨ ਹੀ ਟੋਲਡ ਮੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਕਿ ਜਿਹੜੀ ਕੈਂਸਰ ਹੈ ਉਹ ਕਿਉਂ ਫੈਲ ਰਹੀ ਹੈ। ਸੋ ਵੀ ਵਾਂਟ ਯੂ ਟੂ ਬਿਕਮ ਅ ਬ੍ਰਾਂਡ ਐਂਬੈਸਡਰ ਆਫ ਵਰਲਡ ਕੈਂਸਰ ਕੇਅਰ ਆਲਸੋ, ਬਿਕਾਜ਼ ਮੈਂ ਜ਼ਿਆਦਾ ਫਾਰਮਰਸ ਦੇ ਨਾਲ ਕਨੈਕਟਿਡ ਰਹਿੰਦੀ ਹਾਂ। ਇੱਕ ਮੈਨੂੰ ਇਹਨਾਂ ਨੇ ਜਾਟ ਮਹਾਸਭਾ ਦਾ ਪ੍ਰਧਾਨ ਬਣਾਇਆ ਸੀਗਾ। ਸੋ ਆਈ ਵਾਜ਼ ਕਨੈਕਟਿਡ ਟੂ ਹਿਮਾਚਲ, ਹਰਿਆਣਾ ਐਂਡ ਰਾਜਸਥਾਨ, ਯੂਪੀ ਫਾਰਮਰਸ ਆਲਸੋ। ਪੰਜਾਬ ਤੋਂ ਇਲਾਵਾ ਮੈਂ ਉੱਧਰ ਦੀਆਂ ਪੰਚਾਇਤਾਂ 'ਚ ਵੀ ਜਾਂਦੀ ਰਹਿੰਦੀ ਹਾਂ। ਸੋ ਬੇਸਿਕਲੀ ਮੈਂ ਸੋਚਿਆ ਕਿਉਂ ਨਾ ਅਸੀਂ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਅੰਮ੍ਰਿਤਸਰ ਔਰ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਹਾਂ। ਸੋ ਫਸਟ ਮੈਂ ਕੈਂਪ ਇੱਥੋਂ ਸਟਾਰਟ ਕਰਦੀ ਹਾਂ। ਸੋ ਐਜ਼ ਮੇਰੀ ਚੈਰਿਟੀ ਵੀ ਮਾਈ ਭਾਗੋ ਜੀ, ਸ਼ੀ ਇਜ਼ ਫਰੋਮ ਝਬਾਲ ਅੰਮ੍ਰਿਤਸਰ ਤੋਂ। ਸੋ ਬੇਸਿਕਲੀ ਅਸੀਂ ਸੋਚਿਆ ਕਿ ਅਸੀਂ ਕਿਉਂ ਨਾ ਮਾਈ ਭਾਗੋ ਚੈਰਿਟੀ ਵੱਲੋਂ ਗੁਰੂ ਰਾਮਦਾਸ ਕਿਸਾਨ ਮਜ਼ਦੂਰ ਸਿਹਤ ਮੇਲਾ ਲਾਇਆ ਜਾਵੇ, ਜਿਹੜਾ ਸਿਹਤ ਮੇਲਾ ਦੇ ਵਿੱਚ ਕਿਸਾਨਾਂ ਦੀ ਸਿਹਤ, ਮਜ਼ਦੂਰਾਂ ਦੀ ਸਿਹਤ ਦੇ ਨਾਲ ਨਾਲ ਜਿਹੜੀ ਉਹਨਾਂ ਦੇ ਖੇਤਾਂ ਦੀ ਸਿਹਤ ਹੈ ਜਿਹੜੀ ਇੰਟਰਲਿੰਕਡ ਹੈ ਸਾਡੇ ਨਾਲ। ਵਟ ਧਾਲੀਵਾਲ ਸਾਹਿਬ ਟੋਲਡ ਮੀ ਕਿ ਜਿਹੜੀ ਕੈਂਸਰ ਹੈ ਉਹ ਆਪਾਂ ਨੂੰ ਕਿਉਂ ਹੁੰਦੀ ਹੈ। ਕੈਂਸਰ ਆਪਾਂ ਨੂੰ ਗੰਦੇ ਪਾਣੀ ਤੋਂ ਹੁੰਦੀ ਹੈ ਔਰ ਗੰਦਾ ਪਾਣੀ ਜਿਵੇਂ ਕਿ ਅਸੀਂ ਸਾਰੇ ਸੋਚਦੇ ਹਾਂ ਅਸੀਂ ਤਾਂ ਬਹੁਤ ਸਾਫ਼ ਪਾਣੀ ਪੀ ਰਹੇ ਹਾਂ, ਬਟ ਬੇਸਿਕਲੀ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਨੇ ਜਿਹਦੇ ਵਿੱਚ ਪਿੰਡ ਦਾ ਸਾਰਾ ਗੰਦਾ ਪਾਣੀ ਪੈਂਦਾ, ਉਹ ਅੱਜ ਕੱਲ੍ਹ
ਡੂੰਘੇ ਤੋਂ ਡੂੰਘੇ ਹੋ ਰਹੇ ਨੇ ਔਰ ਉਹਦੇ ਆਲੇ ਦੁਆਲੇ ਜਿਨ੍ਹਾਂ ਦੇ ਬੋਰ ਨੇ ਉਹਨਾਂ ਦੇ ਨਾਲ ਉਹ ਪਾਣੀ ਦਾ ਇੰਟਰਲਿੰਕਡ ਹੈ ਔਰ ਉਹ ਪਾਣੀ ਲੋਕੀ ਗੰਦਾ ਪੀ ਰਹੇ ਨੇ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਛੱਪੜ ਦੇ ਆਲੇ ਦੁਆਲੇ ਰਹਿੰਦੇ ਨੇ ਉਹਨਾਂ ਨੂੰ ਕੈਂਸਰ ਵੀ ਪਾਈ ਗਈ ਹੈ ਔਰ ਹੋ ਵੀ ਰਹੀ ਹੈ। ਸੋ ਫਸਟ ਆਫ ਆਲ ਵੀ ਆਰ ਐਜੂਕੇਟਿੰਗ ਕਿ ਆਪਣੇ ਪਿੰਡ ਦੇ ਛੱਪੜ ਜਿਹੜੇ ਉਹ ਪੱਕੇ ਕਰਾਓ। ਬਹੁਤ ਹੱਦ ਤੱਕ ਸਰਪੰਚ ਜਿਹੜੇ ਵੈਲ ਐਜੂਕੇਟਿਡ ਨੇ ਉਹਨਾਂ ਨੇ ਆਪਣੇ ਪਿੰਡਾਂ ਦੇ ਛੱਪੜ ਪੱਕੇ ਕਰਵਾਏ ਨੇ 3 ਲੇਅਰਸ ਦੇ ਵਿੱਚ, ਕਿ ਇੱਕ ਲੇਅਰ ਸਾਫ਼ ਹੋ ਜਾਂਦੀ ਹੈ ਅਤੇ ਆਟੋਮੈਟਿਕਲੀ 2 ਲੇਅਰ ਸਾਫ਼ ਹੋ ਜਾਂਦੀਆਂ ਪਾਣੀ ਦੀਆਂ ਔਰ ਕੁਛ ਪਾਣੀ ਜਿਹੜਾ ਹੈ ਉਹ ਜਿਹੜਾ ਗੰਦਾ ਪਾਣੀ ਹੈ ਉਹ ਖੇਤਾਂ ਵਾਸਤੇ ਵੀ ਯੂਜ਼ ਹੋ ਜਾਂਦਾ ਆ, ਛੱਪੜ ਵਾਲਾ ਪਾਣੀ। ਸੋ ਵਨ ਥਿੰਗ ਵੀ ਆਰ ਐਜੂਕੇਟਿੰਗ ਦਿਸ ਐਂਡ ਅਨਦਰ ਕਿ ਜਿਹੜੀ ਮਾਝੇ ਦੀਆਂ ਜਿਹੜੀਆਂ ਜਿੰਨੀਆਂ ਵੀ ਨਹਿਰਾਂ ਨੇ ਉਹਦੇ ਉੱਤੇ ਕੋਈ ਐਸ ਸੱਚ ਹਜੇ ਤੱਕ ਕੋਈ ਇੰਡਸਟਰੀ ਜਾਂ ਫੈਕਟਰੀ ਨਹੀਂ ਹੈਗੀ। ਸੋ ਬੇਸਿਕਲੀ ਵੀ ਆਰ ਸੀਇੰਗ ਕਿ ਉਹ ਜਿਹੜਾ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਣਾ ਚਾਹੀਦਾ, ਨਹਿਰੀ ਪਾਣੀ ਪਿੰਡਾਂ ਦੀਆਂ ਟੈਂਕੀਆਂ 'ਚ ਪਹੁੰਚਣਾ ਚਾਹੀਦਾ, ਉੱਤੇ ਫਿਲਟਰ ਲੱਗ ਕੇ ਘਰ ਦੇ ਲੋਕਾਂ ਦੀਆਂ ਟੂਟੀਆਂ ਤੱਕ ਪਹੁੰਚਣਾ ਚਾਹੀਦਾ। ਉਹ ਵੀ ਵਧੀਆ ਸਾਡੇ ਪੀਣ ਵਾਸਤੇ। ਬੇਸਿਕਲੀ ਉਹ 'ਚ ਕੋਈ ਕੈਮੀਕਲਸ ਨਹੀਂ ਹੈਗੇ। ਸੋ ਵਨ ਕਾਜ਼ ਇਜ਼ ਵਾਟਰ, ਗੰਦਾ ਪਾਣੀ ਕੈਂਸਰ ਵਾਸਤੇ, ਐਂਡ ਸੈਕਿੰਡ ਇਜ਼ ਜਿਹੜੀਆਂ ਆਪਾਂ ਸਪਰੇਅ ਕੀਤੀਆਂ ਵੈਜੀਟੇਬਲਸ ਖਾਂਦੇ ਹਾਂ ਐਂਡ ਜਿਹੜੀ ਅਸੀਂ ਜ਼ਿਆਦਾ ਖਾਦਾਂ ਵਾਲੇ ਗ੍ਰੇਨਸ ਖਾਂਦੇ ਹਾਂ ਜਾਂ ਜਿਹੜੇ ਅਸੀਂ ਟੀਕਾ ਲੱਗਿਆ ਦੁੱਧ ਪੀਂਦੇ ਹਾਂ। ਸੋ ਵੀ ਆਰ ਐਜੂਕੇਟਿੰਗ ਪੀਪਲ ਵੀ ਤੁਸੀਂ ਆਪਣੀਆਂ ਰਸੋਈਆਂ ਦੇ ਪੱਕੀਆਂ ਕਰ ਲਈਆਂ ਅੱਜ, ਬਟ ਉਹ ਰਸੋਈਆਂ ਦੇ ਵਿੱਚ ਤੁਹਾਡਾ ਖਾਣ ਪਾਣ ਸਹੀ ਹੈ, ਤੁਸੀਂ ਟੀਕੇ ਲੱਗਿਆ ਦੁੱਧ ਪੀ ਰਹੇ ਹੋ ਵਿਚ ਇਜ਼ ਕਾਜ਼ਿੰਗ ਕੈਂਸਰ, ਸਪਰੇਅ ਲੱਗੀਆਂ ਸਬਜ਼ੀਆਂ ਖਾ ਰਹੇ ਹੋ ਵਿਚ ਇਜ਼ ਕਾਜ਼ਿੰਗ ਕੈਂਸਰ, ਗ੍ਰੇਨਸ ਐਕਸੈਸਿਵ ਯੂਰੀਆ ਪਿਆ ਆ ਵਿਚ ਇਜ਼ ਕਾਜ਼ਿੰਗ ਕੈਂਸਰ। ਸੋ ਇਟਸ ਇੰਟਰਲਿੰਕਡ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ। ਸੋ ਅਸੀਂ ਸੋਚਿਆ ਵੀ ਅਸੀਂ ਹਰ ਇੱਕ ਪਿੰਡ ਦੇ ਜਿਹੜੇ ਲੋਕੀ ਨੇ ਉਹਨਾਂ ਦਾ ਟੈਸਟ ਵੀ ਕਰਵਾਈਏ, ਸਾਰਿਆਂ ਨੂੰ ਇਨਕਰੇਜ ਕਰੀਏ ਕਿ ਆਪਣੇ ਪਿੰਡ ਦੇ ਬਾਹਰ ਕੈਂਸਰ ਮੁਕਤ ਦਾ ਬੋਰਡ ਲਾਓ ਔਰ ਨਾਲ ਹੀ ਇਹ ਸਾਰੀਆਂ ਚੀਜ਼ਾਂ ਕਰੋ ਜਿਹਦੇ ਨਾਲ ਅਸੀਂ ਕੈਂਸਰ ਤੋਂ ਬਚ ਸਕਦੇ ਹਾਂ। ਦ ਥਿੰਗ ਇਜ਼ ਦੈਟ ਕਿ ਜਿਹੜੇ ਫਾਰਮਰਸ ਦੇ ਖੇਤ ਹੈ ਉਹ ਇਸ ਟਾਈਮ ਅਡਿਕਟਿਡ ਹੋ ਚੁੱਕੇ ਨੇ। ਜਿਵੇਂ ਕੋਈ ਬੰਦਾ ਨਸ਼ੇ 'ਤੇ ਲੱਗ ਜਾਂਦਾ, ਇਟ ਵਿਲ ਟੇਕ ਟਾਈਮ ਉਸ ਚੀਜ਼ ਤੋਂ ਛੁਡਵਾਉਣ ਵਾਸਤੇ। ਸੋ ਅਸੀਂ ਯੂਪੀਐਲ ਕੰਪਨੀ ਨੂੰ ਵੀ ਸੱਦਿਆ ਹੈ। ਯੂਪੀਐਲ ਕੰਪਨੀ ਬੇਸਿਕਲੀ ਫਰਟੀਲਾਈਜ਼ਰਸ ਦੀ ਕੰਪਨੀ ਹੈ। ਉਹਨਾਂ ਦੇ ਕੋਲ ਆਰਗੈਨਿਕ ਫਰਟੀਲਾਈਜ਼ਰਸ ਵੀ ਨੇ ਔਰ ਉਹ ਪਿੰਡ ਅਡੋਪਟ ਕਰਦੇ ਨੇ ਔਰ ਉਹਦੇ ਵਿੱਚ ਉਹ ਇਹ ਕੋਸ਼ਿਸ਼ ਕਰਦੇ ਨੇ ਕਿ ਜ਼ਿਆਦਾ ਅੱਧਾ ਆਰਗੈਨਿਕ ਯੂਜ਼ ਕਰਨ ਔਰ ਅੱਧੇ ਦੂਜੇ ਪ੍ਰੋਡਕਟ ਯੂਜ਼ ਕਰਨ, ਸੋ ਦੈਟ ਕਿ ਹੌਲੀ ਹੌਲੀ ਕਿਸੇ ਖੇਤ ਦਾ ਜਿਵੇਂ ਨਸ਼ਾ ਛੁਡਾਇਆ ਜਾਂਦਾ ਹੈ ਕਿਸੇ ਆਮ ਇਨਸਾਨ ਦਾ, ਹੌਲੀ ਹੌਲੀ ਯੂਜ਼ ਟੂ ਕਰੀਏ। ਬਿਕਾਜ਼ ਵੀ ਨੋ ਕਿ ਜਿਹੜਾ ਪਲਾਂਟ ਆ ਉਹ 'ਤੇ ਪੈਸਟੀਸਾਈਡ ਛੇਤੀ ਅਫੈਕਟ ਕਰੂਗਾ, ਆਰਗੈਨਿਕ ਚੀਜ਼ ਐਡੀ ਛੇਤੀ ਨਹੀਂ ਕਰੂਗੀ। ਇਟ ਵਿਲ ਟੇਕ ਟਾਈਮ, ਬਟ ਆਪਾਂ ਨੂੰ ਆਦਤ ਪਾਉਣੀ ਪਊਗੀ ਹੌਲੀ ਹੌਲੀ, ਕਿਉਂਕਿ ਆਪਾਂ ਆਪਣੇ ਖੇਤਾਂ ਨੂੰ ਇੰਨਾ ਕੁ ਜ਼ਿਆਦਾ ਯੂਜ਼ ਟੂ ਕਰਤਾ ਆ ਯੂਰੀਆ ਦਾ, ਪੈਸਟੀਸਾਈਡਸ ਦਾ, ਕਿ ਉਹਨਾਂ ਨੂੰ ਛੱਡਣ ਲੱਗਿਆਂ ਥੋੜ੍ਹਾ ਟਾਈਮ ਲੱਗੂਗਾ। ਬਟ ਜਿਵੇਂ ਕਿ ਯੂਪੀਐਲ ਵਾਲੇ ਪਿੰਡ ਅਡੋਪਟ ਕਰਦੇ ਆ, ਮੈਨੂੰ ਲੱਗਦਾ ਵੀ ਉਹਨਾਂ ਦੇ ਅਕੋਰਡਿੰਗਲੀ ਥੋੜ੍ਹਾ ਜਿਹਾ ਚੱਲਣਾ ਚਾਹੀਦਾ ਆ, ਸੋ ਦੈਟ ਕਿ ਆਪਾਂ ਪਹਿਲੋਂ ਵਰਗਾ ਹਿਸਾਬ ਲੈ ਕੇ ਆਈਏ ਆਪਣੇ ਖਾਣ ਪਾਣ 'ਚ, ਅਸੀਂ ਕੈਂਸਰ ਤੋਂ ਬਚੀਏ। ਨਹੀਂ ਤਾਂ ਫਿਰੋਜ਼ਪੁਰ ਵਾਲੀ ਸਾਈਡ 'ਤੇ ਕੁਛ 10 ਏਕੜ ਨੇ ਜੋ ਮੈਨੂੰ ਸੁਣਨ 'ਚ ਆਇਆ ਸੀਗਾ, ਉਹਦੀ ਮਿੱਟੀ ਨੂੰ ਵੀ ਕੈਂਸਰ ਹੋ ਗਈ ਹੈ। ਇਜ਼ ਦੈਟ ਡੇਂਜਰਸ। ਸੋ ਮੈਨੂੰ ਲੱਗਦਾ ਅੱਜ ਅੱਗ ਕਿਸੇ ਦੇ ਘਰ ਨੂੰ ਲੱਗੀ ਹੈ, ਕੱਲ੍ਹ ਨੂੰ ਆਪਣੇ ਘਰ ਨੂੰ ਲੱਗੂਗੀ। ਇਟਸ ਬੈਟਰ ਕਿ ਅਸੀਂ ਉਹਦੀ ਅਵੇਅਰਨੈਸ ਕਰੀਏ, ਜਿੰਨਾ ਹੋ ਸਕਦਾ ਅਸੀਂ ਐਜੂਕੇਟ ਕਰੀਏ। ਇਸ ਕੈਂਪ ਦੇ ਵਿੱਚ ਵੀ ਇਹੀ ਹੈ ਵੀ ਫ੍ਰੀ ਟੈਸਟ ਕੀਤੇ ਜਾਣਗੇ ਕੈਂਸਰ ਦੇ ਸਾਰੇ ਤਰ੍ਹਾਂ ਦੇ, ਔਰ ਨਾਲ ਹੀ ਕੈਂਸਰ ਦਾ ਟੈਸਟ ਬਹੁਤ ਮਹਿੰਗਾ ਹੁੰਦਾ, 20,000 ਤੱਕ ਦਾ ਹੁੰਦਾ। ਇਟਸ ਬੈਟਰ ਕਿ ਫ੍ਰੀ ਟੈਸਟ ਹੋਣ। ਉਸ ਤੋਂ ਇਲਾਵਾ ਗਵਰਨਮੈਂਟ ਵੱਲੋਂ ENT ਦੇ ਫ੍ਰੀ ਟੈਸਟ ਕੀਤੇ ਜਾਣਗੇ, ਸਾਰੇ ਡਾਕਟਰਸ ਆਉਣਗੇ। ਨਾਲ ਹੀ ਜਿਹੜੀਆਂ ਸਬਸਿਡੀਜ਼ ਦੀ ਐਜੂਕੇਸ਼ਨ ਦਿੱਤੀ ਜਾਊਗੀ ਤਾਂ ਕਿ ਫਾਰਮਰਸ ਨੂੰ ਉਹਨਾਂ ਦੀਆਂ ਸਬਸਿਡੀਜ਼ ਬਾਰੇ ਨੌਲੇਜ ਪਤਾ ਲੱਗੇ। ਨਾਲ ਅਸੀਂ ਨੁੱਕਰ ਨਾਟਕ ਰੱਖੇ ਨੇ, ਪਲੇਸ ਰੱਖੇ ਨੇ। ਨਾਲ ਹੀ ਅਸੀਂ ਕਨਵਰ ਗਰੇਵਾਲ ਜੀ ਨੂੰ ਵੀ ਇਨਵਾਈਟ ਕੀਤਾ ਬਿਕਾਜ਼ ਪੀਪਲ ਲਾਈਕ ਹਿਮ, ਉਹਨਾਂ ਦੇ ਜਿਹੜੇ ਕਿਸਾਨੀ ਗਾਣੇ ਨੇ, ਐਂਡ ਦੈਟ ਇਜ਼ ਆਲਸੋ ਇੰਟਰਲਿੰਕ ਟੂ ਦੈਟ ਥਿੰਗ ਯੂ ਨੋ। ਮੰਨਦੇ ਹੋ ਕਿਤੇ ਨਾ ਕਿਤੇ ਆਮ ਆਪਣੇ ਕਿਸਾਨ, ਕਿਉਂਕਿ ਸਾਰੇ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦੇ ਨੇ, ਵੀ ਫਸਲ ਨੂੰ ਜਲਦੀ ਉਗਾਉਣ ਦੇ ਲਈ, ਚੀਜ਼ ਨੂੰ ਜਲਦੀ ਮਤਲਬ ਮੁਨਾਫਾ ਕੱਟਣ ਦੇ ਲਈ ਜਿਹੜੇ ਕਿਸਾਨ ਇਹ ਸਪਰੇਆਂ ਕਰਦੇ ਨੇ, ਕਿਤੇ ਨਾ ਕਿਤੇ ਇਹ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ। ਕਿਉਂਕਿ ਕਹਿੰਦੇ ਵੀ ਜਿਵੇਂ ਫਸਲ ਦਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਆਹ ਸਮੇਂ ਦੇ ਵਿੱਚ ਕਰਨਾ ਚਾਹੀਦਾ, ਉਹ ਤੋਂ ਪਹਿਲਾਂ ਹੀ ਆਪਾਂ ਫਸਲ ਨੂੰ ਕੱਟ ਦਿੰਦੇ ਹਾਂ ਇਹਨਾਂ ਸਪਰੇਸ ਕਰਕੇ, ਇਹਨਾਂ ਪੈਸਟੀਸਾਈਡ ਚੀਜ਼ਾਂ ਕਰਕੇ। ਵੀ ਕਿਤੇ ਨਾ ਕਿਸਾਨ ਵੀ ਖੁਦ ਵੀ ਇਹਦੇ ਵਿੱਚ ਜ਼ਿੰਮੇਦਾਰ ਹੈਗਾ। ਵੇਖੋ ਜੀ ਹੈਗੇ ਨੇ, ਬਟ ਉਹਨਾਂ ਨੂੰ ਇਹ ਗੱਲਾਂ ਦੀ ਐਜੂਕੇਸ਼ਨ ਨਹੀਂ ਦਿੱਤੀ ਗਈ ਕਿ ਇਹ ਵੈਰੀ ਹਾਰਮਫੁਲ ਆ, ਇਹਦੇ ਕਰਕੇ ਕੈਂਸਰ ਹੋ ਰਹੀ ਹੈ। ਹੁਣ ਅਸੀਂ ਦੱਸ ਰਹੇ ਹਾਂ ਵੱਡੇ ਪੱਧਰ 'ਤੇ ਸਾਡੀ ਕੋਸ਼ਿਸ਼ ਹੈ। ਅਸੀਂ ਸਾਰੀ ਮੀਡੀਆ ਨੂੰ ਬੁਲਾ ਕੇ ਗੱਲ ਕੀਤੀ ਸੀਗੀ, ਅਸੀਂ
ਅੰਮ੍ਰਿਤਸਰ ਵੀ ਪ੍ਰੈਸ ਕਾਨਫਰੰਸ ਕਰਾਂਗੇ। ਸਾਡੀ ਕੋਸ਼ਿਸ਼ ਆ ਕਿ ਅਸੀਂ ਉਸ ਫੇਅਰ ਦੇ ਵਿੱਚ ਵੀ ਸਪੀਕਰਸ ਬੁਲਾਏ ਨੇ ਤਾਂ ਕਿ ਆਪਾਂ ਸਾਰਿਆਂ ਨੂੰ ਐਜੂਕੇਟ ਕਰ ਸਕੀਏ। ਵੇਖੋ ਪਿਛਲੇ ਕਿੰਨੇ ਸਾਲਾਂ ਤੋਂ ਗਵਰਨਮੈਂਟਸ ਜਿਹੜੀਆਂ ਨੇ ਆਪਣੇ ਫਾਇਦੇ ਵਾਸਤੇ ਪੈਸਟੀਸਾਈਡਸ ਵੇਚ ਰਹੀਆਂ ਨੇ। ਪੈਸਟੀਸਾਈਡਸ ਦੀਆਂ ਇੰਡੀਆਂ ਵੱਡੀਆਂ ਵੱਡੀਆਂ ਕੰਪਨੀਜ਼ ਨੇ, ਪੋਲੀਟੀਸ਼ੀਅਨਸ ਨੂੰ ਇੰਨਾ ਫਾਇਦਾ ਹੋ ਰਿਹਾ ਸੀਗਾ। ਸੋ ਐਵੇਂ ਹੀ ਫਾਰਮਾ ਕੰਪਨੀਜ਼ ਨੇ ਜਿਨ੍ਹਾਂ ਨੂੰ ਦਵਾਈਆਂ ਲੈ ਕੇ ਆਉਂਦੀਆਂ ਲੋਕਾਂ ਨੂੰ ਦਵਾਈਆਂ 'ਤੇ ਲਾਤਾ, ਉਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਹੈ ਇਸ ਚੀਜ਼ ਦੇ ਵਿੱਚ। ਸੋ ਮੈਨੀ ਥਿੰਗਸ ਅੱਜ ਵੀ ਪਿੰਡਾਂ ਦੇ ਵਿੱਚ ਬਜ਼ੁਰਗ ਕਹਿੰਦੇ ਨੇ ਕਿ ਸਾਨੂੰ ਅਫੀਮ ਨੂੰ ਜਿਹੜਾ ਆ ਉਹ ਪ੍ਰੋਵਾਈਡ ਕੀਤਾ ਜਾਵੇ ਐਂਡ ਅਫੀਮ ਦੀ ਖੇਤੀ ਨੂੰ ਲੀਗਲਾਈਜ਼ ਕੀਤਾ ਜਾਵੇ। ਜਦ ਕਿ ਮੈਂ ਬਹੁਤ ਸਾਰੇ ਪਿੰਡਾਂ 'ਚ ਜਾਂਦੀ ਹਾਂ, ਬਹੁਤ ਸਾਰੇ ਬਜ਼ੁਰਗ ਇਸ ਚੀਜ਼ ਨੂੰ ਕਹਿੰਦੇ ਨੇ ਕਿ ਪਹਿਲੋਂ ਲਾਇਸੈਂਸ ਬਣਦਾ ਹੁੰਦਾ ਸੀਗਾ ਅਫੀਮ ਦਾ, ਬਟ ਵੇਖੋ ਆਫਟਰ ਆਲ ਦਵਾਈਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਓਪੀਅਮ ਪੈਂਦੀ ਹੈ। ਸੋ ਬੇਸਿਕਲੀ ਦ ਰੀਅਲ ਫਾਰਮ ਜਿਹੜੀ ਹੈ, ਜੇ ਕਿਸੇ ਨੂੰ ਦਵਾਈ ਦੀ ਲੋੜ ਹੈ, ਅੱਬਲ ਤੇ ਘਰ ਦੇ ਵਿੱਚ ਲੋਕੀ ਥੋੜ੍ਹੀ ਬਹੁਤੀ ਦਵਾਈ ਦੇ ਰੂਪ 'ਚ ਰੱਖਦੇ ਆ। ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਹਾਰਟ ਅਟੈਕ ਵਾਸਤੇ ਬਹੁਤ ਠੀਕ ਹੈ। ਸੋ ਮੈਨੀ ਥਿੰਗਸ ਡਾਕਟਰ ਦੱਸਦੇ ਵੀ ਨੇ ਇਸ ਗੱਲ ਨੂੰ। ਸ਼ੂਗਰ ਦੇ ਮਰੀਜ਼ ਦੀ ਜਿਨ੍ਹਾਂ ਦੇ ਬਲੱਡ ਨਸਾਂ ਦੇ ਵਿੱਚ ਜੰਮ ਜਾਂਦਾ ਉਹਨਾਂ ਵਾਸਤੇ ਠੀਕ ਹੈ। ਸੋ ਆਈ ਕੈਨ ਆਲਸੋ ਅਸੀਂ ਤਾਂ ਕਹਿ ਹੀ ਸਕਦੇ ਹਾਂ ਇਹ ਸਾਰੀਆਂ ਗੱਲਾਂ, ਬਟ ਕਿਤੇ ਨਾ ਕਿਤੇ ਜਿਹੜਾ ਇੱਕ ਪੋਲੀਟੀਕਲ ਲੋਕੀ ਨੇ ਉਹ ਆਪਣੇ ਫਾਇਦੇ ਪੱਖੋਂ, ਆਪਣੇ ਕੰਪਨੀਜ਼ ਦੇ ਫਾਇਦੇ ਪੱਖੋਂ ਉਹ ਕਿਸਾਨਾਂ ਦਾ ਜਾਂ ਆਮ ਲੋਕਾਂ ਦੇ ਨਾਲ ਨਹੀਂ ਸੋਚਦੇ। ਸੋ ਇਟਸ ਬੈਟਰ ਕਿ ਹੁਣ ਚਲੋ ਆਮ ਗਵਰਨਮੈਂਟ ਆਈ ਹੈ, ਇਟਸ ਰੀਅਲੀ ਈਜ਼ੀ ਫॉर ਅਸ ਟੂ ਰੀਚ ਮਿਨਿਸਟਰ ਆਲਸੋ। ਪਹਿਲੋਂ ਦੀਆਂ ਗਵਰਨਮੈਂਟਸ 'ਚ ਬਹੁਤ ਡਿਫਿਕਲਟ ਹੁੰਦਾ ਸੀਗਾ ਕਿਸੇ MLA ਜਾਂ ਮਿਨਿਸਟਰ ਦੇ ਨਾਲ ਗੱਲਬਾਤ ਕਰਕੇ ਕੁਛ ਔਰਗਨਾਈਜ਼ ਕਰਨਾ, ਬਿਕਾਜ਼ ਡਿਫਿਕਲਟ ਹੁੰਦਾ ਸੀਗਾ। ਪਰਸਨਲ ਨੰਬਰ ਹੀ ਨਹੀਂ ਮਿਲਦਾ ਸੀਗਾ ਜੀ, ਅੱਛਾ ਕਿੰਨਾ ਗੱਲ ਕਰੋ ਵਾਇਆ ਸੋ ਮੈਨੀ ਥਿੰਗਸ। ਬਟ ਨਾਓ ਇਟਸ ਰੀਅਲੀ ਆਈ ਬਿਲੀਵ ਦੈਟਸ ਮਾਈ ਪਰਸਨਲ ਐਕਸਪੀਰੀਅੰਸ ਐਂਡ ਮੈਂ ਪਹਿਲਾ ਮੇਲਾ ਔਰਗਨਾਈਜ਼ ਕਰ ਰਹੀ ਹਾਂ। ਮੇਰੇ ਵਾਸਤੇ ਬਹੁਤ ਈਜ਼ੀ ਹੋਇਆ, ਜਿਸ ਤਰੀਕੇ ਦੇ ਨਾਲ ਮੈਨੂੰ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ। ਇਨਫੈਕਟ ਜਿਵੇਂ ਮੈਂ ਖੁੱਡੀਆਂ ਸਾਹਿਬ ਕੋਲ ਗਈ, ਉਹਨਾਂ ਨੇ ਬਹੁਤ ਕੋਆਪਰੇਟ ਕੀਤਾ। ਜਿੰਨੀਆਂ ਉਹਨਾਂ ਨੇ ਕਿਹਾ ਬਹੁਤ ਵਧੀਆ ਕੰਮ ਕਰ ਰਹੇ ਹੋ, ਅਸੀਂ ਸਾਰੀਆਂ ਸਬਸਿਡੀਜ਼ ਦੇ ਸਟਾਲ ਲਾਵਾਂਗੇ ਉੱਥੇ। ਇਨਫੈਕਟ ਚੇਤਨ ਜੀ ਨੇ ਵੀ, ਜਿਹੜੇ ਹਾਰਟੀਕਲਚਰ ਮਿਨਿਸਟਰ ਆ, ਵੈਰੀ ਹੰਬਲ ਪੀਪਲ। ਐਂ ਲੱਗਦਾ ਹੀ ਨਹੀਂ ਹੈ ਵੀ ਤੁਸੀਂ ਕਿਸੇ ਮਿਨਿਸਟਰ ਕੋਲ ਬੈਠੇ ਹੋ, ਐਂ ਲੱਗਦਾ ਵੀ ਘਰ ਦੇ ਬੰਦੇ ਦੇ ਕੋਲ ਬੈਠ ਕੇ ਤੁਸੀਂ ਗੱਲ ਕਰ ਰਹੇ ਹੋ। ਐਂਡ ਦੇ ਆਰ ਸੋ ਇਨਕਰੇਜਿੰਗ। ਤੁਹਾਡਾ ਹੋਰ ਇੱਕ ਬੂਸਟ ਆਫ ਲੈਵਲ ਜਿਹੜਾ ਨਾ ਵੱਧ ਜਾਂਦਾ ਹੈ ਕਿ ਹਾਂ ਮੈਂ ਹੋਰ ਕੰਮ ਕਰਾਂ। ਔਰ ਦੈਨ ਡਾਕਟਰ ਬਲਬੀਰ ਜੀ ਕੋਲ ਅਸੀਂ ਮੈਡੀਸਿਨਸ ਵਾਸਤੇ ਗਏ ਸੀਗੇ ਐਂਡ ਉਹਨਾਂ ਨੇ ਵੀ ਸਪੈਸ਼ਲੀ ਅੰਮ੍ਰਿਤਸਰ ਦੇ ਵਿੱਚ ਡਾਕਟਰਸ ਨੂੰ ਸਾਰਿਆਂ ਨੂੰ ਕਿਹਾ, DC ਨੂੰ ਕਿਹਾ। ਸੋ ਅਸੀਂ ਜਿਹੜਾ ਬੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਨਾ, ਉਹਦਾ ਹੋਰ ਜੀ ਕਰਦਾ ਕੰਮ ਕਰਨ ਨੂੰ ਜਦੋਂ ਗਵਰਨਮੈਂਟ ਤੁਹਾਡੀ ਹੈਲਪ ਕਰਦੀ ਹੈ। ਸੋ ਫਸਟ ਟਾਈਮ I've seen this sort of ਰਵੱਈਆ ਮੈਨੂੰ ਬਹੁਤ ਕੰਫਰਟੇਬਲ ਫੀਲ ਹੋਇਆ। ਮੈਨੂੰ ਐਂ ਲੱਗਾ ਵੀ ਅਸੀਂ ਹੋਰ ਵੀ NGOs ਨੂੰ, ਜਿਵੇਂ ਸਨ ਫਾਊਂਡੇਸ਼ਨ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ, ਹੀ ਇਜ਼ ਡੂਇੰਗ ਟੂ ਮੱਚ, ਬਹੁਤ ਕੁਛ ਕਰ ਰਹੇ ਨੇ ਉਹ ਲੋਕਾਂ ਵਾਸਤੇ। ਇਨਫੈਕਟ ਸਾਡੇ ਇਸ ਵਾਸਤੇ ਵੀ, ਮੇਲੇ ਵਾਸਤੇ ਵੀ ਉਹਨਾਂ ਨੇ ਫ੍ਰੀ ਦਵਾਈਆਂ ਭੇਜਣੀਆਂ ਨੇ ENT ਵਾਸਤੇ। ਔਰ ਜਿਹੜੇ ਬੱਚੇ ਡਰੱਗਸ 'ਚ ਚੱਲ ਜਾਂਦੇ ਆ ਉਹਨਾਂ ਨੂੰ ਰੀਹੈਬ, ਉਹਨਾਂ ਨੇ ਖਾਲਸਾ ਕਾਲਜ ਸਾਹਮਣੇ ਇੱਕ ਬਹੁਤ ਵੱਡਾ ਸੈਂਟਰ ਬਣਾਇਆ ਹੈ ਜਿਹਦੇ ਵਿੱਚ ਉਹਨਾਂ ਨੂੰ ਸਿੱਖਿਆਵਾਂ ਦਿੰਦੇ ਨੇ, ਫਿਰ ਉਹਨਾਂ ਨੂੰ ਜੌਬਸ ਦਿਵਾਉਂਦੇ ਨੇ। ਇਟਸ ਬਿਗ ਰਿਸਪੋਂਸਿਬਿਲਿਟੀ, ਨੋਬਡੀ ਡਜ਼ ਦੈਟ। ਸੋ ਉਹ ਕਰ ਰਹੇ ਨੇ। ਸੋ ਬਹੁਤ ਸਾਰੇ NGOs ਨੇ ਜਿਹੜਾ ਵਧੀਆ ਕੰਮ ਕਰ ਰਹੇ ਨੇ ਐਂਡ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਐਂਡ ਦੇ ਆਰ ਹੈਲਪਿੰਗ ਅਸ। ਸੋ ਆਲ ਟੂਗੇਦਰ ਮੈਂ ਇਹ ਕਿਸਾਨ ਮੇਲਾ ਸੋਚਿਆ ਸੀਗਾ ਐਵੇਂ ਕਰਨਾ ਆ। ਸੋ ਹੌਲੀ ਹੌਲੀ ਸਾਰੀਆਂ ਚੀਜ਼ਾਂ ਜੁੜਦੀਆਂ ਗਈਆਂ। ਸੋ ਆਈ ਹੋਪ, ਫਿੰਗਰ ਕ੍ਰੋਸ, ਕਿ ਐਂਡ ਆਫ ਦ ਡੇ ਬਹੁਤ ਵਧੀਆ ਹੋਵੇ। ਅੱਛਾ, ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਕੈਬਨਿਟ ਮੰਤਰੀ ਤੁਹਾਨੂੰ ਕਹਿ ਰਹੇ ਨੇ ਕਿ ਕਰਾਂਗੇ, ਸਪੋਰਟ ਪੂਰੀ ਕਰਾਂਗੇ। ਅੱਛਾ, ਮੁੱਖ ਮੰਤਰੀ ਭਗਵੰਤ ਮਾਨ ਅੱਜ 1.5 ਸਾਲ ਹੋ ਚੱਲਿਆ ਹੁਣ CM ਨੇ, ਉਹਨਾਂ ਦਾ ਕਾਰਜਕਾਰੀ ਕਿਸ ਤਰ੍ਹਾਂ ਦੇ ਕਿਉਂਕਿ ਗੱਲਾਂ ਤੋਂ ਸਾਫ਼ ਪਤਾ ਚੱਲਦਾ ਵੀ ਆਮ ਆਦਮੀ ਪਾਰਟੀ ਦੇ ਸਪੋਰਟ ਕਿਤੇ ਨਾ ਕਿਤੇ ਕਰਦੇ ਆ। ਇਟਸ ਨਾਟ ਅਬਾਊਟ ਆਮ ਆਦਮੀ ਪਾਰਟੀ ਦੀ ਮੈਂ ਸਪੋਰਟ ਕਰਦੀ ਹਾਂ। ਆਈ ਡੋਂਟ ਬਿਲੋਂਗ ਟੂ ਐਨੀ ਵਰਕ ਤੋਂ। ਸੀ ਆਈ ਡੋਂਟ ਬਿਲੋਂਗ ਟੂ ਐਨੀ ਪੋਲੀਟੀਕਲ ਪਾਰਟੀ। ਇਹ ਮੇਰਾ ਇੱਕ ਜੈਨੂਇਨ ਜਿਹਾ ਰਿਵਿਊ ਆ। ਮਤਲਬ ਬੇਸਿਕਲੀ ਜੋ ਮੈਂ ਕੰਮ ਕਰ ਰਹੀ ਹਾਂ, ਮੈਨੂੰ ਉਹਦੇ ਵਿੱਚ ਜੋ ਮੈਨੂੰ ਸਪੋਰਟ ਮਿਲੀ, ਠੀਕ ਹੈ, ਉਹ ਉਸ ਦੇ ਦਾਇਰੇ ਦੇ ਉੱਤੇ ਮੈਂ ਗੱਲ ਕਰ ਰਹੀ ਹਾਂ। ਇਟਸ ਬਿੰਗ ਵੇਖੋ ਪੰਜਾਬ ਦੇ ਉੱਤੇ ਇੰਨਾ ਜ਼ਿਆਦਾ ਕਰਜ਼ਾ ਆ, ਪੰਜਾਬ ਦੇ ਉੱਤੇ ਹੋਰ ਵੀ ਕਿੰਨਾ ਜ਼ਿਆਦਾ ਕਰਜ਼ਾ ਚੜ੍ਹ ਰਿਹਾ ਆ, ਹੈ ਨਾ। ਬਿਕਾਜ਼ ਵੇਖੋ ਪਿਛਲੇ 70 ਸਾਲ ਤੋਂ ਗਵਰਨਮੈਂਟਸ ਰਹੀਆਂ ਨੇ, ਕਿੰਨਾ ਪੈਸਾ ਔਰ ਰਲ ਮਿਲ ਕੇ ਹੀ ਕੰਮ ਕੀਤੇ ਆ, ਸਾਰਿਆਂ ਨੂੰ ਪਤਾ ਹੈ। ਅੱਜ ਅਸੀਂ RTA ਪਾਉਣ 'ਤੇ ਜਾਈਏ, ਕਿੰਨੇ ਮਿਨਿਸਟਰ ਨੇ ਇਹੋ ਜਿਹੇ
ਕਿੰਨੇ ਐਮਐਲਏ ਨੇ ਜਿਨ੍ਹਾਂ ਨੇ ਜਦੋਂ ਐਮਐਲਏ ਦੇ ਪਹਿਲੇ ਕਾਗਜ਼ ਭਰੇ ਹੋਣੇ ਆ ਮਰੂਤੀ ਕਾਰਾਂ ਸੀਗੀਆਂ ਜਿਨ੍ਹਾਂ ਦੇ ਕੋਲ, ਉਹਨਾਂ ਤੋਂ ਉਹ ਵੀ ਨਹੀਂ ਹੋਣੇ, ਔਰ ਅੱਜ ਉਹਨਾਂ ਕੋਲ ਕਰੋੜਾਂ ਰੁਪਈਆ ਆ, ਰਾਈਟ। ਔਰ ਆਪਣੇ ਲੋਕੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਸੋਚ ਲੈਂਦੇ ਨੇ ਉਹ ਰੱਬ ਨੇ, ਔਰ ਮੈਨੂੰ ਇੱਥੋਂ ਲੱਗਦਾ ਵੀ ਗਲਤ ਕਰਦੇ ਨੇ। ਆਪਾਂ ਨੂੰ ਕਿਸੇ ਵੀ ਐਮਐਲਏ, ਭਾਵੇਂ ਅੱਜ ਆਮ ਆਦਮੀ ਪਾਰਟੀ ਦਾ ਐਮਐਲਏ ਹੋਵੇ, ਭਾਵੇਂ ਉਹ ਅਕਾਲੀ ਦਲ ਦਾ ਹੋਵੇ, ਭਾਵੇਂ ਉਹ ਕਾਂਗਰਸ ਦਾ ਹੋਵੇ, ਆਪਾਂ ਨੂੰ ਦੇ ਆ ਪਬਲਿਕ ਸਰਵੈਂਟਸ, ਉਹ ਪਬਲਿਕ ਸਰਵੈਂਟਸ ਆ। ਤੁਸੀਂ ਆਪਣੀ ਵੋਟ ਦੀ ਇੱਕ ਕੀਮਤ ਜਾਣੋ, ਤੁਸੀਂ ਉਹਨਾਂ ਨੂੰ ਪਾ ਕੇ ਜਿਤਾਇਆ ਹੈ, ਤੁਸੀਂ ਉਹਨਾਂ ਤੋਂ ਕੰਮ ਕਰਾਓ। ਆਪਾਂ ਉਹਨਾਂ ਤੋਂ ਡਰਦੇ ਹਾਂ, ਅਸੀਂ ਉਹਨਾਂ ਤੋਂ ਕੰਮ ਕਰਾਉਣ 100 ਵਾਲੀ ਸਾਡੇ ਬਜ਼ੁਰਗ ਉਹਨਾਂ ਦੇ ਗੋਡੀ ਹੱਥ ਲਾ ਰਹੇ ਹੁੰਦੇ ਨੇ, ਔਰ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਹੁੰਦੀ, ਉਹ ਲਵਾ ਰਹੇ ਹੁੰਦੇ ਨੇ। ਸੋ ਬੇਸਿਕਲੀ ਆਈਵ ਸੀਨ ਸੋ ਮੈਨੀ ਥਿੰਗਸ, ਸੋ ਮੈਨੂੰ ਇਹ ਲੱਗਦਾ ਵੀ ਐਜ਼ ਕੰਪੈਰੇਟਿਵਲੀ ਮੇਰਾ ਜੋ ਐਕਸਪੀਰੀਅੰਸ ਰਿਹਾ ਆ, ਵੈਦਰ ਮੈਂ ਪਹਿਲੋਂ ਐਵੇਂ ਨਹੀਂ ਕੰਮ ਕੀਤਾ ਜਾਂ, ਪਰ ਮੈਨੂੰ ਇਹ ਲੱਗਦਾ ਹੈ ਪਹਿਲੀਆਂ ਗਵਰਨਮੈਂਟਸ ਦੇ ਵਿੱਚ ਇੱਕ ਹਊਆ ਸੀਗਾ ਕਿਸੇ ਨੂੰ ਮਿਲਣਾ। ਐਂ ਲੱਗਦਾ ਸੀਗਾ ਪਤਾ ਨਹੀਂ ਯਾਰ ਤੁਸੀਂ ਕਿਹੜੇ ਰਾਜੇ ਨੂੰ ਮਿਲ ਜਾ ਰਹੇ ਹੋ, ਮਤਲਬ ਆਲੇ ਦੁਆਲੇ ਵਾਲੇ ਲੋਕੀ ਹੀ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਕੇ ਰੱਖਦੇ ਸੀਗੇ। ਸੋ ਬੇਸਿਕਲੀ ਹੁਣ ਐਵੇਂ ਹੈ ਵੀ ਇਹੋ ਜਿਹਾ ਕੁਛ ਨਹੀਂ ਆ, ਯੂ ਆਰ ਸਿੰਪਲੀ ਟੇਕਿੰਗ ਅ ਅਪੁਆਇੰਟਮੈਂਟ ਐਂਡ ਤੁਸੀਂ ਜੈਨੂਅਲੀ ਮਿਲ ਕੇ ਗੱਲ ਕਰ ਰਹੇ ਹੋ, ਤੁਹਾਡੇ ਸਾਹਮਣੇ ਫੋਨ ਕਰ ਦਿੰਦੇ ਨੇ। ਔਰ ਇਨਫੈਕਟ ਇਹ ਮੇਰਾ ਖੁਦ ਦਾ ਕੰਮ ਨਹੀਂ ਸੀਗਾ, ਇਟਸ ਫॉर ਪੀਪਲ, ਇਟਸ ਫॉर ਪਬਲਿਕ, ਇਟਸ ਅ ਸੋਸ਼ਲ ਵਰਕ। ਸੋ ਮੈਨੂੰ ਸਪੋਰਟ ਦਿੱਤੀ ਉਹਨਾਂ ਨੇ। ਇਨਫੈਕਟ ਨਾਟ ਈਵਨ ਮੈਂ ਮਿਨਿਸਟਰਸ ਦੀ ਗੱਲ ਕਰ ਰਹੀ ਹਾਂ, ਡੀਸੀ ਸਾਹਿਬ ਭਾਵੇਂ ਹੋਣ, ਭਾਵੇਂ ਐਸਐਸਪੀ ਸਾਹਿਬ ਹੋਣ, ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ ਹੈ ਹੈਲਪ ਵਾਸਤੇ ਵੀ ਸਾਨੂੰ ਇਹ ਹੈਲਪ ਚਾਹੀਦੀ ਹੈ, ਐਵਰੀਬਡੀ ਸਪੋਰਟਡ ਮੀ। ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਦੇਖੋ ਸਾਰੇ ਲੋਕੀ ਜਾਣਦੇ ਨੇ ਕਿਸਾਨ ਅੰਦੋਲਨ 'ਚ ਜਿੰਨਾ ਤੁਸੀਂ ਹਿੱਸਾ ਪਾਇਆ, ਉਹ ਹਿੱਸਾ ਜਿਹਨੂੰ ਕਿ ਸੇਵਾ ਸੀਗੀ, ਤੁਸੀਂ ਸੇਵਾ ਬਹੁਤ ਕੀਤੀ ਕਿਸਾਨ ਅੰਦੋਲਨ ਦੀ, ਫਿਰ ਜੋ ਪੰਜਾਬੀ ਇੰਡਸਟਰੀ ਲਈ ਵੀ ਬਹੁਤ ਕੁਝ ਕੀਤਾ। ਹੁਣ ਤੁਸੀਂ ਇੱਕ ਫਾਰਮਰਸ ਨੂੰ ਅਵੇਅਰਨੈਸ ਕਰਨ ਦੇ ਲਈ ਆਪਣਾ ਇੱਕ ਕੈਂਪੇਨ ਸ਼ੁਰੂ ਕਰ ਰਹੇ ਹੋ। ਜੇਕਰ ਆਪਾਂ ਮੌਜੂਦਾ ਹਾਲਾਤ ਦੀ ਗੱਲ ਕਰੀਏ, ਅੱਜ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੜ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਖਰਾਬ ਹੋ ਚੁੱਕੀਆਂ, ਘਰ ਟੁੱਟ ਚੁੱਕੇ ਨੇ, ਹਾਲੇ ਵੀ ਪਾਣੀ ਜਿਹੜਾ ਲਗਾਤਾਰ ਵੱਧ ਰਿਹਾ। ਕੀ ਕੁਛ ਅੱਜ ਦੇ ਹਾਲਾਤ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ, ਕੀ ਲਾਈਕ ਚੈਰਿਟੀ ਕੀ ਕੁਛ ਕਰ ਸਕਦੀ ਹੈ ਹੁਣ ਉਹਨਾਂ ਲਈ? ਨੰਬਰ 1 ਪਹਿਲੋਂ ਤਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜੋ ਹੋ ਰਿਹਾ, ਬਟ ਇਹਦੇ ਵਿੱਚ ਵੀ ਸਾਡੀ ਮਨੁੱਖਤਾ ਦਾ ਹੀ ਕਿਤੇ ਨਾ ਕਿਤੇ ਹੱਥ ਹੈ ਜਾਂ ਕਸੂਰ ਵੀ ਹੈ, ਔਰ ਉਹਦੇ ਵਿੱਚ ਕੁਛ ਨੇਚਰ ਦਾ ਵੀ ਕਹਿ ਸਕਦੇ ਹਾਂ ਆਪਾਂ। ਬਟ ਜਦੋਂ ਅਸੀਂ ਪਹਾੜ ਕੱਟੀ ਜਾਂਦੇ ਹਾਂ, ਠੀਕ ਹੈ, ਆਪਣੇ ਹੌਲੀਡੇ ਸਪੌਟਸ ਬਣਾ ਰਹੇ ਹਾਂ, ਅਸੀਂ ਦਰਿਆਵਾਂ ਦੀ ਜਗ੍ਹਾ ਨਹੀਂ ਛੱਡਦੇ, ਅਸੀਂ ਪੇੜ ਕੱਟੀ ਜਾ ਰਹੇ ਹਾਂ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨੇਚਰ ਨੂੰ ਡਿਸਟਰਬ ਕਰਦੇ ਹਾਂ, ਰਾਈਟ। ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਨੇਚਰ ਦੀ ਜਗ੍ਹਾ ਦੇ ਉੱਤੇ ਰਹਿਣ ਦੇਣਾ ਚਾਹੀਦਾ ਆ, ਉਹਦੇ ਵਿੱਚੋਂ ਵੀ ਆਪਣਾ ਪ੍ਰੋਫਿਟ ਕੱਢਣ ਬਾਰੇ ਨਹੀਂ ਸੋਚਣਾ ਚਾਹੀਦਾ। ਸੋ ਕਿਤੇ ਨਾ ਕਿਤੇ ਨੇਚਰ ਆਪਣੀ ਜਗ੍ਹਾ ਵਾਪਸ ਲੈ ਲੈਂਦੀ ਹੈ। ਸੋ ਆਪਾਂ ਨੂੰ ਉਹ ਜਦੋਂ ਆਪਾਂ ਉਹ ਸੰਤੁਲਨ ਜਿਹੜਾ ਖਰਾਬ ਕਰਦੇ ਆ, ਉਹਦੇ ਨਾਲ ਉਹ ਇਫੈਕਟ ਹੁੰਦਾ ਆ। ਬਾਕੀ ਵੇਖੋ ਸਾਡੀ ਚੈਰਿਟੀ ਵੱਲੋਂ ਤੇ ਖਾਣਾ ਤੇ ਐਕਚੁਅਲੀ ਬਹੁਤ ਪਹੁੰਚ ਚੁੱਕਿਆ ਸੀਗਾ। ਸੋ ਵਾਟ ਵੀ ਆਰ ਡੂਇੰਗ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿੰਦੇ ਹਾਂ ਹਰਾ ਚਾਰਾ, ਅਤੇ ਪਨੀਰੀ ਬੀਜਣ ਵਾਸਤੇ ਵੀ ਕਹਿੰਦੇ, ਪਿੱਛੇ ਟਰੱਕ ਭੇਜਿਆ ਅਸੀਂ ਹਰੇ ਚਾਰੇ ਦੇ ਅੰਮ੍ਰਿਤਸਰ ਤੋਂ। ਸੋ ਵਾਟ ਵੀ ਆਰ ਡੂਇੰਗ ਇਟ, ਅਸੀਂ ਇੰਨਾ ਕਰ ਸਕਦੇ ਹਾਂ। ਔਰ ਬਾਕੀ ਜਿਹੜੀਆਂ ਵਿਕਰਮ ਸਿੰਘ ਸਾਨੀ ਜੀ, ਉਹ ਸਪਰੇਜ਼ ਜਿਹੜੀਆਂ ਹੁੰਦੀਆਂ ਮੱਛਰ ਮਾਰਨ ਵਾਲੀਆਂ, ਦੈਟਸ ਵਾਟ ਦੇ ਆਰ ਡੂਇੰਗ ਇਟ। ਮੈਮ ਇੱਕ ਲਾਸਟ ਦੇ ਵਿੱਚ ਹੈ, ਕਿਉਂਕਿ ਤੁਸੀਂ ਫਾਰਮਰਸ ਦੇ ਲਈ ਕਰ ਰਹੇ ਹੋ, ਪਹਿਲਾਂ ਵੀ ਕੀਤਾ, ਹੁਣ ਵੀ ਕਰ ਰਹੇ ਹੋ, ਅੱਗੇ ਵੀ ਕਰਦੇ ਰਹੋਗੇ। ਅੱਛਾ, ਇਹ ਹੈ ਵੀ ਕਿਸਾਨ ਅੰਦੋਲਨ ਦੀ ਹੁਣ ਆਪਾਂ ਆਖਰ 'ਚ ਗੱਲ ਕਰਾਂਗੇ। ਕਿਸਾਨ ਅੰਦੋਲਨ ਪਹਿਲਾਂ ਕਹਿੰਦੇ ਵੀ ਜਦੋਂ ਹੱਕਾਂ ਦੇ ਲਈ ਕਿਸਾਨ ਸਾਰੇ ਇਕੱਠੇ ਹੋਏ ਸੀਗੇ, ਜਿੱਤ ਹਾਸਿਲ ਵੀ ਹੋਈ ਹੈ, ਜਿੱਤ ਹੋਈ। ਪਰ ਅੱਜ ਵੀ ਕਿਸਾਨ ਜਿਹੜੇ ਨੇ ਹੁਣ ਅੱਡ ਅੱਡ ਜਥੇਬੰਦੀਆਂ ਬਣ ਚੁੱਕੀਆਂ ਨੇ, ਅੱਡ ਅੱਡ ਮੁੱਦੇ ਚੱਕੇ ਜਾ ਰਹੇ ਨੇ। ਦੇਖੋ ਗੱਲ ਇੱਕ ਕਿਤੇ ਨਾ ਕਿਤੇ ਕਿਸਾਨ ਦੀ ਆਉਂਦੀ ਹੈ, ਕਿਉਂਕਿ ਹੁਣ ਇੱਕ ਕਹਿੰਦੇ ਵੀ ਪਾਰਸ਼ੈਲ ਹੋ ਗਏ ਜਾਂ ਫਿਰ ਅਲੱਗ-ਅਲੱਗ ਪਾਰਟੀਜ਼ ਬਣ ਰਹੀਆਂ ਨੇ, ਕੋਈ ਪੋਲੀਟਿਕਸ ਦੇ ਵਿੱਚ ਆ ਰਹੇ ਨੇ, ਕੋਈ ਅਲੱਗ-ਅਲੱਗ ਜਥੇਬੰਦੀ ਬਣਾ ਕੇ ਜਿਹਨੂੰ ਕਹਿੰਦੇ ਹੁਣ ਪ੍ਰੋਟੈਸਟ ਕਰ ਰਹੇ ਨੇ। ਕਿਆ ਤੁਹਾਡਾ ਇਸ ਦੇ ਉੱਤੇ ਕੀ ਲੱਗਿਆ, ਇਕੱਠੇ ਹੋ ਕੇ ਫਿਰ ਤੋਂ ਇਹ ਮੁੱਦੇ ਚੱਕਣੇ ਚਾਹੀਦੇ ਨੇ ਜੋ ਪਾਣੀ ਦੀ ਗੱਲਾਂ ਹੋ ਰਹੀਆਂ ਨੇ? ਬੇਸਿਕਲੀ ਨਾ ਆਈ ਡੋਂਟ ਟਰਸਟ ਜਥੇਬੰਦੀਜ਼, ਆਈ ਡੋਂਟ ਟਰਸਟ ਦੈਮ। ਆਈ ਵਰਕਡ, ਉਹਨਾਂ ਦੇ ਨਾਲ ਮੈਂ ਕੰਮ ਕੀਤਾ ਔਰ ਲਗਾਤਾਰ ਬਹੁਤ ਲੰਬੇ ਟਾਈਮ ਤੱਕ ਕੰਮ ਕੀਤਾ, ਬਟ ਮੈਨੂੰ ਆਈ ਡੋਂਟ ਟਰਸਟ ਦੈਮ। ਮੈਨੂੰ ਐਂ ਲੱਗਦਾ ਵੀ ਜਿਹੜੇ ਕੰਮ ਮੌਜੂਦਾ ਗਵਰਨਮੈਂਟ ਕਰ ਸਕਦੀ ਹੈ ਲੋਕਾਂ ਦੇ, ਉਹ ਸਿਰਫ ਧਰਨਾ ਲਾ ਕੇ ਕਰ ਸਕਦੇ ਆ। ਸੋ ਵਨ ਥਿੰਗ ਇਜ਼, ਜੇ ਕੋਈ ਕੰਮ ਕਰਾਉਣਾ
ਕਿਸੇ ਵੀ ਗਵਰਨਮੈਂਟ ਆਫੀਸ਼ੀਅਲ ਕੋਲੋਂ ਕੰਮ ਕਰਾਉਣਾ, ਜੇ ਬਹੁਤ ਵੱਡਾ ਕੰਮ ਆ, ਜੇ ਕੋਈ ਗਵਰਨਮੈਂਟ ਨਹੀਂ ਕਰ ਰਹੀ ਆ, ਮਿਲੀ ਭਗਤ ਕਰ ਰਹੀ ਆ, ਉੱਥੇ ਕੁਛ ਇਮਾਨਦਾਰ ਲੀਡਰਸ ਹੋਣੇ ਚਾਹੀਦੇ ਆ ਜਥੇਬੰਦੀ ਦੇ, ਜਿਹੜੇ ਕਿ ਤੁਹਾਡੇ ਐਕਚੁਅਲ ਦੇ ਵਿੱਚ ਆਪਣੀ ਲੀਡਰਸ਼ਿਪ ਚਮਕਾਉਣ ਵਾਸਤੇ ਨਾ ਹੋਣ, ਬੇਸਿਕਲੀ ਮੁੱਦੇ ਚੱਕਣ ਵਾਸਤੇ ਹੋਣ। ਵੇਖੋ, ਜੇ ਤੁਸੀਂ ਪੋਲੀਟਿਕਸ ਕਰਨੀ ਹੈ ਫਿਰ ਤੁਸੀਂ ਪੋਲੀਟਿਕਸ 'ਚ ਆ ਜਾਓ। ਜੇ ਤੁਸੀਂ ਲੀਡਰਸ਼ਿਪ ਲੋਕਾਂ ਦਾ ਕੰਮ ਕਰਨਾ, ਫਿਰ ਤੁਸੀਂ ਸਿਰਫ ਲੋਕਾਂ ਦਾ ਕੰਮ ਕਰੋ। ਦੋਵੇਂ ਪਾਸੇ ਨਹੀਂ ਹੋ ਸਕਦਾ ਚੀਜ਼, ਰਾਈਟ। ਜੇ ਪੋਲੀਟਿਕਸ ਕਰਨੀ ਆ, ਡੈਫੀਨੇਟਲੀ ਕਮ ਇਨ ਟੂ ਪੋਲੀਟਿਕਸ, ਇਲੈਕਸ਼ਨ ਲੜੋ ਤੇ ਲੋਕਾਂ ਲਈ ਕੰਮ ਕਰੋ, ਹੈ ਨਾ। ਜੇ ਤੁਸੀਂ ਇੱਕ ਜਥੇਬੰਦੀ ਚਲਾ ਰਹੇ ਹੋ, ਇਸ ਕਰਕੇ ਬਣਾ ਰਹੇ ਹੋ ਕਿ ਕੱਲ੍ਹ ਨੂੰ ਤੁਸੀਂ ਪੋਲੀਟਿਕਸ ਕਰਨੀ ਆ ਉਸ ਚੀਜ਼ ਦੇ ਉੱਤੇ, ਐਂਡ ਯੂ ਆਰ ਮੇਕਿੰਗ ਫੂਲ ਆਊਟ ਆਫ ਪੀਪਲ, ਦੈਨ ਦੈਟਸ ਰੋਂਗ। ਉਹ ਲੋਕਾਂ ਦੇ ਇਮੋਸ਼ਨਸ ਦੇ ਨਾਲ ਨਹੀਂ ਖੇਡਣਾ ਚਾਹੀਦਾ। ਸੋ ਮੈਨੂੰ ਇਹ ਲੱਗਦਾ, ਮੈਨੂੰ ਬਹੁਤ ਘੱਟ ਜੈਨੂਇਨਲੀ ਲੀਡਰਸ ਦਿਖੇ ਨੇ ਜਥੇਬੰਦੀਆਂ ਦੇ ਵਿੱਚ, ਜਿਹੜੇ ਐਕਚੁਅਲ ਦੇ ਵਿੱਚ ਬੇਸਿਕਲੀ ਕੁਛ ਕਰਨਾ ਚਾਹੁੰਦੇ ਨੇ ਲੋਕਾਂ ਵਾਸਤੇ। ਐਂਡ ਬਾਕੀ ਮੈਨੂੰ ਇਹ ਲੱਗਦਾ ਐਂਡ ਆਫ ਦਾ ਰਿਜ਼ਲਟ ਜਿਹੜਾ ਹੈ, ਜਦੋਂ ਅਸੀਂ ਰਾਈਟ ਟੂ ਵੋਟ, ਜਿਹੜਾ ਸਾਡਾ ਹੱਕ ਹੈ, ਜਿੱਥੇ ਆਪਾਂ ਵੋਟ ਪਾਉਂਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਗੱਲ ਦੀ ਇਨਕਰੇਜ ਕਰਨਾ ਚਾਹੀਦਾ, ਲੋਕਾਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਵੀ ਆਪਣੀ ਵੋਟ ਦੀ ਕੀਮਤ ਜਾਣੋ। ਜੇ ਕਿਸੇ ਨੂੰ ਵੋਟ ਪਾਉਂਦੇ ਹੋ, ਪੈਸੇ ਲੈ ਕੇ ਵੋਟ ਨਾ ਪਾਓ, ਆਪਣੇ ਲੀਡਰਸ ਨੂੰ ਸਿਰ 'ਤੇ ਨਾ ਬਿਠਾਓ। ਇਹ ਸੋਚੋ ਵੀ ਦੇ ਆਰ ਪਬਲਿਕ ਸਰਵੈਂਟਸ, ਉਹਨਾਂ ਦਾ ਕੰਮ ਆ ਤੁਹਾਡਾ ਕੰਮ ਕਰਨਾ। ਹੱਕ ਨਾਲ ਜਾਓ, ਤੁਸੀਂ ਵੋਟ ਪਾਈ ਹੈ, ਪਰ ਉਦੋਂ ਹੱਕ ਨਾਲ ਨਹੀਂ ਜਾ ਸਕਦੇ ਜਦੋਂ ਤੁਸੀਂ ਪੈਸੇ ਲਿੱਤੇ ਜਾਂ ਸ਼ਰਾਬ ਲਿੱਤੀ ਹੈ। ਸੋ ਸਪੋਇਲ ਜਿਹੜਾ ਆਪਣਾ ਸਟਾਪ ਕਰੋ, ਕਰਪਸ਼ਨ ਨੂੰ ਬੰਦ ਕਰੋ। ਹੌਲੀ ਹੌਲੀ ਆਪਣੇ ਤੋਂ ਹੀ ਕਰਪਸ਼ਨ ਸ਼ੁਰੂ ਹੁੰਦੀ ਹੈ, ਲੀਡਰਾਂ ਤੋਂ ਨਹੀਂ ਸ਼ੁਰੂ ਹੁੰਦੀ। ਬੇਸਿਕਲੀ ਇਫ ਵੀ ਆਰ ਕਰਪਟ, ਜੇ ਅਸੀਂ ਸ਼ਰਾਬ ਦੀ ਬੋਤਲ ਮੰਗਦੇ ਹਾਂ, ਜੇ ਅਸੀਂ ਪੈਸੇ ਮੰਗਦੇ ਹਾਂ, ਜੇ ਅਸੀਂ ਆਪਣੀ ਕੀਮਤ 1000 10,000 ਤੱਕ ਸੀਮਿਤ ਕਰ ਦਿੰਦੇ ਹਾਂ, ਅਤੇ ਦੈਨ ਜਿਹੜੇ ਬੰਦੇ ਨੇ ਹੁਣ ਕਰੋੜਾਂ ਰੁਪਈਆ ਤੁਹਾਡੇ 'ਤੇ ਲਾਇਆ ਹੈ, ਉਸ ਮੂਮੈਂਟ ਆਫ ਟਾਈਮ 'ਤੇ ਦਿੱਤਾ, ਅਤੇ ਕੱਲ੍ਹ ਨੂੰ ਉਹ ਤੁਹਾਡੇ ਤੋਂ ਕੱਢੂਗਾ ਤੇ ਸਹੀ ਨਾ। ਸੋ ਦਿਸ ਐਜੂਕੇਸ਼ਨ ਜਿਹੜੀ ਹੈ ਨਾ, ਆਈ ਥਿੰਕ ਸੋ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ। ਦੈਟਸ ਵਾਈ ਆਈ ਆਲਵੇਜ਼ ਇਨਕਰੇਜ ਪਿੰਡਾਂ ਦੇ ਵਿੱਚ ਜਾ ਕੇ ਕਿ ਯੂਥ, ਪੜ੍ਹਿਆ ਲਿਖਿਆ ਮੁੰਡਾ ਸਰਪੰਚ ਬਣਾਓ, ਤਾਂ ਕਿ ਉਹਨੂੰ ਇੰਨੀ ਨੌਲੇਜ ਹੋਵੇ, ਪਿੰਡ ਦੇ ਸਾਰੇ ਲੋਕਾਂ ਨੂੰ ਇਸ ਗੱਲ ਦੀ ਐਜੂਕੇਸ਼ਨ ਦੇਵੇ, ਰਾਈਟ, ਕਿ ਆਪਣੇ ਬੱਚਿਆਂ ਦਾ ਕਰੀਅਰ, ਆਪਣੇ ਲੋਕਾਂ, ਅੱਜ ਆਪਾਂ ਕਿੱਥੇ ਪਹੁੰਚ ਗਏ ਹਾਂ ਤੁਸੀਂ ਸੋਚੋ। ਇਹ ਸਭ ਕੁਛ ਕਰਾ ਕੇ ਹੀ ਇੱਥੇ ਪਹੁੰਚੇ ਆ ਨਾ। ਜਿਹੜਾ ਪੰਜਾਬ ਇੰਨੇ 1000 ਕਰੋੜ ਕਰਜ਼ੇ ਦੇ ਵਿੱਚ ਹੈ, ਇਹ ਇਸੇ ਕਰਕੇ ਹੈ। ਇਹ ਕੋਈ ਮੰਤਰੀਆਂ ਨੇ ਆਪਣੇ ਘਰ ਖਾਲੀ ਨਹੀਂ ਕੀਤੇ, ਜਾਂ ਪੋਲੀਟੀਸ਼ੀਅਨਸ ਨੇ, ਉਹਨਾਂ ਦੇ ਬੱਚੇ ਵੱਧ ਤੋਂ ਵਧੀਆ ਸਕੂਲਾਂ 'ਚ ਪੜ੍ਹੇ ਨੇ, ਉਹਨਾਂ ਦੀਆਂ ਹਜ਼ਾਰਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣੀਆਂ ਨੇ। ਖਾਲੀ ਕੌਣ ਹੋਇਆ? ਗਵਰਨਮੈਂਟ ਦਾਇਰਾ ਖਾਲੀ ਹੋਇਆ ਆ। ਅੱਜ ਜਿਹੜੇ ਪੱਕੇ ਟੀਚਰ ਨਹੀਂ ਹੋ ਰਹੇ, ਉਹ ਗਵਰਨਮੈਂਟ ਦਾਇਰੇ ਦੇ ਨਹੀਂ ਹੋ ਰਹੇ। ਅੱਜ ਲੋਕ ਰੋ ਰਹੇ ਨੇ, ਸਾਡੇ ਬੱਚਿਆਂ ਦੇ ਕੋਲ ਕੰਮ ਨਹੀਂ ਹੈਗਾ, ਅਸੀਂ ਬਾਹਰ ਜਾਣਾ ਚਾਹੁੰਦੇ ਹਾਂ, ਕਿਉਂਕਿ ਗਵਰਨਮੈਂਟ ਦੇ ਕੋਲ ਪੈਸਾ ਨਹੀਂ ਹੈਗਾ। ਗਵਰਨਮੈਂਟ ਦਾ ਖਜ਼ਾਨਾ ਖਾਲੀ ਕਰ ਦਿੱਤਾ, ਆਪਣੇ ਘਰ ਤੇ ਭਰ ਲਏ, ਪਰ ਗਵਰਨਮੈਂਟ ਨੂੰ ਖਾਲੀ ਕਰ ਦਿੱਤਾ। ਸੋ ਇਹੋ ਜਿਹੇ ਕਰਪਟ ਲੀਡਰਾਂ ਤੋਂ ਬਚੋ, ਚੰਗੇ ਪੜ੍ਹੇ ਲਿਖੇ ਬੱਚਿਆਂ ਨੂੰ ਅੱਗੇ ਲੈ ਕੇ ਆਓ, ਸੋ ਦੈਟ ਕਿ ਆਪਾਂ ਹਜੇ ਵੀ ਪੰਜਾਬ ਨੂੰ ਬਚਾ ਸਕਦੇ ਹਾਂ, ਅੱਗੇ ਲੈ ਕੇ ਜਾ ਸਕਦੇ ਹਾਂ। ਪਰ ਕਿਤੇ ਨਾ ਕਿਤੇ ਆਪਾਂ ਨੌਜਵਾਨ ਦੀ ਤੁਸੀਂ ਗੱਲ ਕੀਤੀ ਹੈ ਵੀ ਸਭ ਇੱਕ ਪੱਕੀ ਸਟੱਡੀ ਦਿਓ, ਉਹਨਾਂ ਨੂੰ ਮੈਸੇਜ ਦਿਓ, ਪਰ ਨੌਜਵਾਨ ਤਾਂ ਬਾਹਰ ਹੀ ਜਾ ਰਹੇ ਆ। ਉਹ ਤਾਂ ਬਾਹਰ, ਉਹ ਕਹਿੰਦੇ ਵੀ ਉਰੇ ਵੀ ਪੰਜਾਬ ਜੋ ਸਰਕਾਰ ਹੈ, ਚਾਹੇ ਮੌਜੂਦਾ ਚਾਹੇ ਪੁਰਾਣੀ ਸਰਕਾਰ, ਵੀ ਕੋਈ ਪੋਲਿਸੀਜ਼ ਨਹੀਂ ਸੀਗੀਆਂ ਵੀ ਤਾਂ ਵੀ ਪੰਜਾਬ 'ਚ ਹੁਣ ਕੁਛ ਰਿਹਾ ਨਹੀਂ। ਇਹ ਤਾਂ ਦੇਖੋ ਹਾਰ ਮੰਨਣ ਵਾਲੀ ਗੱਲ ਹੈ, ਠੀਕ ਹੈ। ਮੈਂ ਤੁਹਾਨੂੰ ਆਪਣਾ ਪਾਸਪੋਰਟ ਦਿਖਾ ਦਿੰਦੀ ਹਾਂ। ਮੇਰੇ ਪਾਸਪੋਰਟ 'ਤੇ ਹਰ ਇੱਕ ਕੰਟਰੀ ਦੇ ਬਾਬਾ ਜੀ ਦੀ ਬਖਸ਼ਿਸ਼ ਆ ਕਿ ਹਰ ਇੱਕ ਕੰਟਰੀ ਦੇ 10-10 ਸਾਲ ਦੇ ਵੀਜ਼ੇ ਲੱਗੇ ਨੇ, ਵਰਕ ਪਰਮਿਟ ਵੀ ਲੱਗੇ ਨੇ, ਪਰ ਮੈਂ ਇੱਥੇ ਬੈਠੀ ਹਾਂ। ਵਾਈ ਆਮ ਹੇਅਰ। ਮੈਨੂੰ ਕੀ ਮਿਲ ਰਿਹਾ? ਮੈਂ ਜਾ ਕੇ ਆਪਣਾ ਲੋਕਾਂ ਦੇ ਵਿੱਚ ਜਾ ਕੇ ਐਜੂਕੇਟ ਕਰ ਰਹੀ ਹਾਂ। ਅਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹਾਂ, ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ। ਜਦੋਂ ਆਪਣੇ ਪੰਜਾਬ ਦੇ ਲੋਕੀ ਕਿੰਨੇ ਚੰਗੇ ਨੇ, ਤੁਸੀਂ ਕਿਸੇ ਕੌਮ 'ਚ ਦੇਖਿਆ ਵੀ ਜਦੋਂ ਕਿਸੇ ਨੂੰ ਮੁਸੀਬਤ ਹੋਵੇ ਤਾਂ ਸਾਰੇ ਇਕੱਠੇ ਹੋ ਕੇ ਚਲ ਜਾਂਦੇ ਨੇ। ਰਾਈਟ ਨਾਓ ਯੂ ਕੈਨ ਸੀ ਦ ਐਗਜ਼ਾਮਪਲ। ਤੁਸੀਂ ਕਿਸਾਨ ਅੰਦੋਲਨ ਵੇਲੇ ਐਗਜ਼ਾਮਪਲ ਦੇਖੀ, ਕਿਵੇਂ ਸਾਰੇ ਗੁਰੂ ਦਾ ਲੰਗਰ ਲਾ ਕੇ ਸੇਵਾ ਕਰਦੇ ਨੇ। ਹੁਣ ਇਸ ਟਾਈਮ 'ਤੇ ਤੁਸੀਂ ਦੇਖੋ, ਜਦੋਂ ਹੜ੍ਹ ਆਇਆ ਹੈ, ਜਿੱਥੇ ਆਪਣੇ ਪੱਠੇ ਵੱਢ ਕੇ ਵਿਚਾਰੇ ਉੱਥੇ ਲੈ ਕੇ ਜਾ ਰਹੇ ਨੇ। ਮਤਲਬ ਇਹਨਾਂ ਦੇ ਵਿੱਚ ਭਾਵਨਾ ਕਿੰਨੀ ਹੈ ਯੂਨਿਟੀ ਦੀ। ਤੁਹਾਨੂੰ ਇਹ ਬਾਹਰ ਦਿਖਦੀ ਹੈ ਕਿਤੇ ਫੋਰਨ ਦੇ ਵਿੱਚ? ਉੱਥੇ ਤਾਂ ਕੋਈ ਕਿਸੇ ਨੂੰ ਚਾਹ ਹੀ ਨਹੀਂ ਪਿਆ ਸਕਦਾ। ਉੱਥੇ ਤੁਸੀਂ ਆਪਣੇ ਕੰਮ ਨਾਲ ਕੰਮ ਮਤਲਬ ਰੱਖਦੇ ਹੋ। ਪੰਜਾਬ ਜੋ ਹੈ ਨਾ, ਪੰਜਾਬ ਵਰਗਾ ਕੋਈ ਨਹੀਂ ਬਣ ਸਕਦਾ, ਨਾ ਹੀ ਪੰਜਾਬ ਦੇ ਲੋਕਾਂ ਵਰਗਾ ਕੋਈ ਬਣ ਸਕਦਾ ਆ। ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਆਪਣੀ ਮਿੱਟੀ ਦੀ, ਜਿੱਥੇ ਆਪਾਂ ਜੰਮੇ ਪਲੇ ਹਾਂ। ਆਪਾਂ ਨੂੰ ਉਹਦੀ ਸੇਵਾ ਕਰਨੀ ਚਾਹੀਦੀ ਹੈ। ਆਪਣੇ ਬਾਰੇ ਇੰਨੇ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਆਪਾਂ ਆਪਣਾ ਮੁਲਕ ਛੱਡ ਕੇ ਬਾਹਰ ਚਲ ਜਾਈਏ।